ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਇੱਕ ਹਿੰਦੂ ਤਵੀ ਰਾਸ਼ਟਰ ਬਣਨ ਵੱਲ ਕਾਨੂੰਨੀ ਤੌਰ ਤੇ ਵੀ ਪੇਸ਼ਕਦਮੀ ਉਹ ਕਰ ਰਿਹਾ ਹੈ। ਔਰ ਗਾਂ ਮਾਸ ਨੂੰ ਲੈ ਕੇ ਤਾਂ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਪਹਿਲਾਂ ਹੀ ਕਾਨੂੰਨ ਜਿਹੜੇ ਬਣਾਏ ਹੋਏ ਨੇ, ਪਰ ਹੁਣ ਵਿਆਹ ਵਰਗੇ ਨਿੱਜੀ ਫੈਸਲਿਆਂ ਤੇ ਵੀ ਕਾਨੂੰਨੀ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਹੈ। ਔਰ यूपी ਤੇ मध्य प्रदेश ਦੀਆਂ ਜਿਹੜੀਆਂ ਸਰਕਾਰਾਂ ਵੱਲੋਂ ਐਸੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਜਿਨ੍ਹਾਂ ਅਨੁਸਾਰ ਇੰਟਰਫੇਥ ਵਿਆਹ ਕਰਨ ਵਾਲਿਆਂ ਨੂੰ 10 ਸਾਲ ਦੀ ਜਿਹੜੀ ਹੈ ਉਹ ਕੈਦ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਜਿਹੜੀ ਹੈ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? देखो 2014 च ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਤੇ ਉਸ ਵੇਲੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਜਿਹੜਾ ਅੱਜ ਵੀ ਆਰਐਸਐਸ ਦਾ ਮੁਖੀ ਹੈ ਜਿਉਂਦਾ, ਉਹਨੇ ਐਲਾਨ ਕੀਤਾ ਸੀ ਕਿ 1000 ਸਾਲ ਦੀ ਗੁਲਾਮੀ ਬਾਅਦ ਹਿੰਦੂਆਂ ਦਾ ਰਾਜ ਵਾਪਸ ਆਇਆ ਔਰ 2020 ਤੱਕ ਭਾਰਤ ਦੇ ਵਿੱਚ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਵਾਂਗੇ। और कईयां ने उदों ये कहा कि भी किवें पॉसीबल है, इंडिया का कॉन्स्टिट्यूशन तो सैकुलरिज्म की गारंटी करता है और हर एक मजहब के अपने अपने परसनल लॉ ने, खास तौर पर मुसलमानों लई है, ईसाइयों लई है, यहूदियों लई है, पारसियों लई है। और सिखां की तो मंग सी कि सिख परसनल लॉ बनाया जाए क्योंकि आर्टिकल 25-20 सिखां बहुतियां जैनियां नूं हिंदू बनांदा है। लेकिन अज असी 6 साल बाद ये कह सकते हैं कि आलमोस्ट 80% ਜਿਹੜਾ ਉਹਨਾਂ ਨੇ ਆਪਣਾ ਟੀਚਾ ਉਹ ਹਾਸਲ ਕਰ ਲਿਆ। ਔਰ ਜੇ ਤੁਸੀਂ ਹੁਣ ਸੈਕੰਡ ਟਰਮ ਦੇ ਮੌਕੇ ਦੇਖੋ, ਪਹਿਲੀ ਟਰਮ ਦੇ ਵੇਲੇ ਤਾਂ ਉਹਨਾਂ ਨੇ ਇੱਕ ਡਰ ਦਾ ਮਾਹੌਲ ਸਿਰਜਦਿਆਂ ਗਊ ਮਾਤਾ ਦੇ ਨਾਂ ਥੱਲੇ ਗਊ ਵਿਜੀਲਾਂਟੇ ਗਰੁੱਪ ਕਿਵੇਂ ਉਹਨਾਂ ਨੇ ਮੁਸਲਮਾਨਾਂ ਦੀਆਂ, ਈਸਾਈਆਂ ਦੀਆਂ ਲਿੰਚਿੰਗਸ ਕੀਤੀਆਂ ਕਿ ਵੀ ਇਹ ਗਊ ਮਾਸ ਦਾ ਵਪਾਰ ਕਰਦੇ ਨੇ। ਔਰ ਉਹ ਸਾਰੀ ਇੰਡਸਟਰੀ ਨੂੰ ਹੀ ਖਤਮ ਨਹੀਂ ਕੀਤਾ, ਇੱਕ ਡਰ ਔਰ ਖੌਫ ਪੈਦਾ ਕਰ ਦਿੱਤਾ ਕਿ ਚੰਗੇ ਭਲੇ ਜਿਹੜੇ ਗਾਂ ਮਾਸ ਨਹੀਂ ਵੀ ਖਾਂਦੇ ਸੀ ਉਹਨਾਂ ਨੇ ਵੀ ਆਪਣੇ ਫਰੀਜ਼ਰਾਂ ਚੋਂ ਦੂਸਰਾ ਵੀ ਭਾਵੇਂ ਬੱਕਰੇ ਦਾ ਜਾਂ ਚਿਕਨ ਜਾਂ ਉਹ ਚੁੱਕ ਦਿੱਤੇ ਵੀ ਪਤਾ ਨਹੀਂ ਹਿੰਦੂ ਤਵੀ ਭੀੜ ਨੇ ਕਦੋਂ ਆ ਕੇ ਕਹਿਣਾ ਵੀ ਇਹ ਗਾਂ ਮਾਸ ਹੈ। ਔਰ ਉਹਦੇ ਥੱਲੇ ਉਹਨਾਂ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਔਰ ਕਈ ਸੂਬਿਆਂ ਨੇ ਇਸ ਦੇ ਉੱਤੇ ਸਖਤ ਕਾਨੂੰਨ ਬਣਾਏ, 8 ਸਾਲ 10 ਸਾਲ ਦੀ ਕੈਦ ਔਰ ਫਿਰ ਐਕਸਟਰਾ ਟੈਕਸ। ਪੰਜਾਬ ਸਰਕਾਰ ਨੇ ਵੀ ਉਸ ਨੂੰ ਜਿਹੜਾ ਗਊ ਰਕਸ਼ਾ ਟੈਕਸ ਦੇ ਨਾਂ ਥੱਲੇ ਕਿ ਜੀ ਅਸੀਂ ਗਾਵਾਂ ਨੂੰ ਜਿਹੜਾ ਉਹ ਕਾਊ ਸ਼ੈਡਸ ਦੇ ਵਿੱਚ ਰੱਖਣਾ ਹੈ, ਗਊਸ਼ਾਲਾਵਾਂ 'ਚ। ਹਾਲਾਂ ਹੈ ਉਹਦੇ ਨਾਂ ਥੱਲੇ ਵੀ ਇਹ ਹੈ ਕਿ ਗਊਸ਼ਾਲਾ ਦੇ ਇੱਕ ਦਰਵਾਜ਼ੇ 'ਚੋਂ ਵਾੜਦੇ ਨੇ, ਪੈਸੇ ਲੈ ਕੇ ਦੂਜੇ 'ਚੋਂ ਕੱਢ ਦਿੰਦੇ ਨੇ ਔਰ ਹਜ਼ਾਰਾਂ ਲੋਕ ਜਿਹੜੇ ਨੇ ਹਰ ਮਹੀਨੇ ਮਰਦੇ ਨੇ ਭਾਰਤ ਦੇ ਵਿੱਚ ਕਿਉਂਕਿ ਉਹੀ ਅਵਾਰਾ ਗਾਵਾਂ ਜਿਹੜੀਆਂ ਨੇ ਉਹ ਸੜਕਾਂ 'ਤੇ ਆਉਂਦੀਆਂ ਨੇ, ਐਕਸੀਡੈਂਟ ਹੁੰਦੇ ਨੇ ਪਰ ਕੋਈ ਉਹਨੂੰ ਨਹੀਂ ਪੁੱਛਦਾ ਹੈ ਵੀ ਹਾਲ ਉੱਥੇ ਕੀ ਚੱਲ ਰਿਹਾ। ਫਿਰ ਇਹਨਾਂ ਨੇ ਲਗਭਗ 12-13 ਬੀਜੇਪੀ ਰੂਲਡ ਸਟੇਟਾਂ ਨੇ ਇਸ ਪੀਰੀਅਡ 'ਚ ਲਾਅ ਬਣਾਏ ਅਗੇਂਸਟ ਕਨਵਰਜਨ ਕਿ ਜੀ ਕੋਈ ਵੀ ਹਿੰਦੂ ਤਾਂ ਕਨਵਰਟ ਹੋ ਸਕਦਾ ਪਰ ਜੇ ਕਿਸੇ ਨੇ ਮੁਸਲਮਾਨ ਜਾਂ ਈਸਾਈ ਜਾਂ ਸਿੱਖ ਜਾਂ ਦੂਸਰਾ ਹੋਣਾ ਤੇ ਕਲੈਕਟਰ ਦੀ ਪਰਮਿਸ਼ਨ, ਮੈਜਿਸਟ੍ਰੇਟ ਦੀ ਪਰਮਿਸ਼ਨ ਇੰਨਾ ਕੋ ਬਣਾ ਦਿੱਤਾ ਹੈ ਕਿ ਜੇ ਜਿਵੇਂ ਵੱਡੀ ਗਿਣਤੀ 'ਚ ਟਰਾਈਬਲ ਆਦੀਵਾਸੀ ਈਸਾਈ ਧਰਮ 'ਚ ਜਾਂਦੇ ਨੇ ਜਾਂ ਕੁਝ ਥਾਵਾਂ ਤੇ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਮੁਸਲਮਾਨ ਹੋਣਾ, ਅਸੀਂ ਅੱਕ ਗਏ ਹਾਂ ਹਿੰਦੂਆਂ ਦੇ ਇਸ ਕਾਸਟ ਸਿਸਟਮ 'ਚੋਂ ਔਰ ਉਹਨਾਂ ਦੇ ਉੱਤੇ ਹਮਲੇ ਵੀ ਹੋਏ ਔਰ ਕਾਨੂੰਨੀ ਪ੍ਰੋਸੈਸ ਇਹ ਬਣਾ ਦਿੱਤੀ ਗਈ ਹੈ ਕਿ ਜੇ ਉਹ ਵਲੰਟੈਰਲੀ ਵੀ ਹੋਣਾ ਚਾਹੁੰਦੇ ਨੇ ਉਹਨਾਂ ਨੇ ਪਾਦਰੀ ਚੁੱਕੇ ਹੁੰਦੇ ਨੇ ਦੂਜੇ ਕਿ ਤੁਸੀਂ ਲਾਲਚ ਦੇ ਕੇ ਔਰ ਫਲਾਣਾ ਕਰਕੇ ਇਹਨਾਂ ਨੂੰ ਈਸਾਈ ਬਣਾ ਰਹੇ ਹੋ। ਸੋ ਉਹ ਪਾਰਟ ਵੀ ਉਹਨਾਂ ਨੇ ਉੱਥੇ ਹੀ ਰੋਕ ਦਿੱਤਾ। ਹੁਣ ਜ਼ਾਹਰ ਹੈ ਕਿ ਜਿਹੜੀ ਜਦੋਂ ਤੁਸੀਂ ਬਾਕੀ ਗੱਲ ਤਾਂ ਅਸੀਂ ਕਰਦੇ ਹਾਂ ਕਿ ਕਿਵੇਂ ਬਾਬਰੀ ਮਸਜਿਦ ਨੂੰ ਮੰਦਿਰ 'ਚ ਕਨਵਰਟ ਕਰਨ ਦੇ ਸੁਪਰੀਮ ਕੋਰਟ 'ਚੋਂ ਫੈਸਲੇ ਲਏ, ਸੀਏ ਬਣਾਇਆ, ਦੂਜੇ ਬਣਾਇਆ। ਹੁਣ ਜਿਹੜਾ ਸਟੇਟਾਂ ਦੇ ਕੋਲ ਰਾਈਟ ਨੇ, ਕਨਸਟੀਟਿਊਸ਼ਨ ਹਰ ਐਡਲਟ ਨੂੰ ਮੇਲ ਔਰ ਫੀਮੇਲ ਜਿਹੜਾ 18 ਸਾਲ ਦਾ ਹੈ ਉਹਨੂੰ ਇਹ ਹੱਕ ਦਿੰਦਾ ਹੈ ਕਿ ਉਹ ਆਜ਼ਾਦਾਨਾ ਤੌਰ ਦੇ ਉੱਤੇ ਵਿਚਰ ਸਕਦਾ ਹੈ, ਕਿਤੇ ਵੀ ਆ ਜਾ ਸਕਦਾ ਹੈ, ਜਿੱਥੇ ਚਾਹੇ ਵਿਆਹ ਕਰ ਸਕਦਾ ਹੈ। ਔਰ ਉਸ ਤੋਂ ਪਹਿਲਾਂ ਤਾਂ ਰਜਿਸਟ੍ਰੇਸ਼ਨ ਵੀ ਜ਼ਰੂਰੀ ਨਹੀਂ ਸੀ। ਸੁਪਰੀਮ ਕੋਰਟ ਨੇ ਕੁਝ ਵਕਤ ਪਹਿਲਾਂ ਕਿਹਾ ਕਿ ਹਰ ਮੈਰਿਜ ਰਜਿਸਟਰ ਹੋਣੀ ਚਾਹੀਦੀ ਹੈ। ਸੋ ਜ਼ਾਹਰ ਹੈ ਜਿਹੜੀ ਮਜ਼ਹਬ ਦੇ ਨਾਂ ਥੱਲੇ ਹੁੰਦੀ ਹੈ ਮੈਰਿਜ, ਉਹ ਤੁਸੀਂ ਹਿੰਦੂ ਮੈਰਿਜ ਐਕਟ ਦੇ ਥੱਲੇ ਰਜਿਸਟਰ ਹੁੰਦੇ ਨੇ, ਮੁਸਲਮਾਨਾਂ ਦੇ ਨਿਕਾਹ ਨਾਮੇ ਦੇ ਥੱਲੇ ਹੁੰਦਾ ਹੈ, ਮੁਸਲਿਮ ਲਾਅ ਦੇ ਥੱਲੇ ਹੁੰਦਾ ਹੈ ਕਿਉਂਕਿ ਮੁਸਲਮਾਨਾਂ ਨੂੰ ਹੀ ਉਹ ਗਵਰਨ ਕਰਦਾ ਹੈ ਲਾਅ। ਪਰ ਜਿਨ੍ਹਾਂ ਨੇ ਕਿਸੇ 'ਚ ਵੀ ਨਹੀਂ ਕਰਨਾ ਉਹਨਾਂ ਦੇ ਲਈ ਜਿਹੜਾ ਦੂਸਰਾ ਜਿਸ ਨੂੰ
ਓਪਨ ਮੈਰਿਜ ਕਹਿੰਦੇ ਨੇ, ਜਿਹੜਾ ਸਪੈਸ਼ਲ ਮੈਰਿਜ ਐਕਟ ਹੈ ਜਿਹਦੇ ਥੱਲੇ ਕੋਈ ਵੀ ਜਿਹਦਾ ਮਜ਼ਹਬ ਹੋਏ ਉਹ ਰਜਿਸਟਰ ਕਰ, ਇਹ ਆਲਰੇਡੀ ਕਨਸਟੀਟਿਊਸ਼ਨ 'ਚ ਪ੍ਰੋਵੀਜ਼ਨ ਨੇ ਔਰ ਇਵੇਂ ਹੁੰਦਾ ਸੀ। ਹੁਣ ਇਹਨਾਂ ਨੇ ਜਿਹੜਾ ਖਾਸ ਤੌਰ ਤੇ 2 ਸਟੇਟਾਂ ਨੇ ਆਲਰੇਡੀ ਆਰਡੀਨੈਂਸ ਵੀ ਲੈ ਆਂਦਾ, ਪਹਿਲਾਂ ਯੂਪੀ ਨੇ, ਫਿਰ ਇਹਨਾਂ ਨੇ ਇਹ ਰੌਲਾ ਪਾਇਆ ਕਿ ਜਿਹੜੀ ਤੀਸਰੀ ਮੂਵਮੈਂਟ ਜਿਹੜੀ ਹੁਣ ਖਾਸ ਤੌਰ ਤੇ ਇਹਨਾਂ ਦਿਨਾਂ 'ਚ ਕਾਫੀ ਤੇਜ਼ੀ ਨਾਲ ਪ੍ਰਚਾਰੀ ਜਾ ਰਹੀ, ਸ਼ੁਰੂਆਤ ਇਹਦੀ ਪਹਿਲਾਂ ਤੋਂ ਹੀ ਕਰਤੀ ਸੀ ਇਹਨਾਂ ਨੇ, ਲਵ ਜਿਹਾਦ। ਇਹਨਾਂ ਦਾ ਇਹ ਕਹਿਣਾ ਹੈ ਕਿ ਜੀ ਮੁਸਲਮਾਨ ਤਨਜ਼ੀਮਾਂ ਜਿਹੜੀਆਂ ਨੇ ਇੱਕ ਪਲਾਨ ਦੇ ਤਹਿਤ ਜਿਹਾਦ ਕਰ ਰਹੀਆਂ ਨੇ ਲਵ ਦੇ ਨਾਂ ਥੱਲੇ, ਔਰ ਇਹ ਹੈ ਕਿ ਹਿੰਦੂ ਕੁੜੀਆਂ ਨੂੰ ਫਸਾਓ, ਉਹਨਾਂ ਨੂੰ ਕਨਵਰਟ ਕਰੋ, ਨਿਕਾਹ ਕਰੋ ਔਰ ਇਸ ਤਰੀਕੇ ਦੇ ਨਾਲ ਆਪਣੀ ਗਿਣਤੀ ਵਧਾਓ। ਹੁਣ ਹਾਲਾਂਕਿ ਜਿਹੜੀ ਇਹਨਾਂ ਦੀ ਆਪਣੀ ਸੰਸਥਾ ਹੈ ਜਿਨ੍ਹਾਂ ਨੇ ਜਿਹੜੀ ਹੈ ਉਸ ਨੂੰ ਇਹ ਕਿਹਾ ਕਿ ਵੀ ਮੌਜੂਦਾ ਕਾਨੂੰਨ ਦੇ ਵਿੱਚ ਲਵ ਜਿਹਾਦ ਨੂੰ ਕੋਈ ਡਿਫਾਈਨ ਨਹੀਂ ਕੀਤਾ ਗਿਆ, ਨਾ ਹੀ ਇਹ ਉਹਨਾਂ ਦੀ ਰਿਪੋਰਟ ਹੈ ਕਿ ਕਿਸੇ ਵੀ ਸੈਂਟਰਲ ਏਜੰਸੀ ਨੇ ਇਹ ਕੋਈ ਨੋਟ ਕੀਤਾ ਜਾਂ ਕੋਈ ਕੇਸ ਐਸਾ ਨਹੀਂ ਆਇਆ ਜਿਹੜਾ ਲਵ ਜਿਹਾਦ ਦੇ ਥੱਲੇ ਕਿਸੇ ਨੇ ਕਿਹਾ ਹੋਏ ਜੀ ਕਿ ਮੈਨੂੰ ਇਹ ਕੀਤਾ। ਹਾਲਾਂਕਿ 1-2 ਕੇਸ ਕੇਰਲਾ ਦੇ ਦੂਜੇ ਆਏ ਜਿਹਦੇ 'ਚ ਕੁੜੀ ਦੇ ਮਾਪਿਓ ਨੇ ਇਤਰਾਜ਼ ਕੀਤਾ ਕਿ ਬਈ ਇਹ ਮੁਸਲਮਾਨ ਨਾਲ ਵਿਆਹ ਕੀਤਾ ਹੈ ਔਰ ਇੱਕ ਸੁਪਰੀਮ ਕੋਰਟ ਤੱਕ ਗਏ, ਪਰ ਉਹਨਾਂ ਨੇ ਸੁਪਰੀਮ ਕੋਰਟ ਔਰ ਸਪੈਸ਼ਲ ਜੱਜਾਂ ਦੇ ਸਾਹਮਣੇ ਵੀ ਆ ਕੇ ਕਿਹਾ ਕਿ ਭਾਈ ਅਸੀਂ ਆਪਣੇ ਇਸ ਖਾਵਨ ਦੇ ਨਾਲ ਹੀ ਰਹਿਣਾ ਚਾਹੁੰਦੀਆਂ ਔਰ ਅਸੀਂ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ। ਸੋ ਇੱਕ ਵੀ ਕੇਸ ਐਸਾ ਨਹੀਂ ਹੈ ਜਿਸ ਨੂੰ ਇਹ ਸਾਬਤ ਕਰ ਸਕੇ ਹੋਣ ਕਿ ਇਹ ਕੋਈ ਪਲੈਨਡ ਤਰੀਕੇ ਦੇ ਨਾਲ ਕੋਈ ਲਵ ਜਿਹਾਦ ਹੈ। ਪਰ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਵੀ ਇਹ ਦੋਨੋਂ ਹੀ ਸਟੇਟਾਂ, ਯੂਪੀ ਜਿੱਥੇ 20 ਕਰੋੜ ਲੋਕ ਰਹਿੰਦੇ ਨੇ, ਜ਼ਾਹਰ ਹੈ ਕਿ ਵੀ ਕਈ ਦੇਸ਼ਾਂ ਦੀ ਆਬਾਦੀ ਨਾਲੋਂ ਵੀ ਵੱਡਾ ਸੂਬਾ 200 ਮਿਲੀਅਨ ਲੋਕਾਂ ਦਾ, ਔਰ ਉੱਥੇ ਗੁੰਡਾ ਕਨਪਾਟਾ ਜੋਗੀ ਆਦਿੱਤਿਆਨਾਥ ਉੱਥੋਂ ਦਾ ਚੀਫ ਮਿਨਿਸਟਰ ਹੈ। ਔਰ ਇਹ ਹੈ ਕਿ ਯੂਪੀ ਓਕੇਜ਼ ਆਰਡੀਨੈਂਸ ਅਗੇਂਸਟ ਕਨਵਰਸ਼ਨ ਫॉर मैरिज। Uttar Pradesh government on Tuesday approved a draft ordinance to deal with religious conversion for the sake of marriage, which could land violators in jail for up to 10 years। ਕਿ ਵੀ ਜੇ ਕੋਈ ਵੀ ਜਿਹੜਾ ਹੁਣ ਸੇ ਇੱਕ ਹਿੰਦੂ ਲੜਕੀ ਵਿਆਹ ਕਰਦੀ ਹੈ ਮੁਸਲਮਾਨ ਲੜਕੇ ਨਾਲ, ਉਹਦਾ ਨਿਕਾਹ ਤੋਂ ਪਹਿਲਾਂ ਉਸ ਦਾ ਜਿਹੜਾ ਨਾਂ ਰੱਖਿਆ ਜਾਂਦਾ ਹੈ, ਉਸ ਦਾ ਜਿਹੜੀ ਹੈ ਉਹਨੂੰ ਕਨਵਰਟ, ਇਹ ਜਿਹੜਾ ਕੇਸ ਹੈ ਬੇਸ਼ੱਕ ਉਹ ਵਲੰਟੈਰਲੀ ਹੈ, ਉਹ ਉਸ ਦੇ ਥੱਲੇ, ਔਰ ਦੁਨੀਆ ਭਰ 'ਚ ਐਡਲਟਸ ਆਪਣੀ ਚੋਇਸ ਕਰਦੇ ਨੇ, ਗਲਤ ਜਾਂ ਠੀਕ, ਇਹ ਡਿਬੇਟ ਨਹੀਂ ਹੈ। ਪਰ ਕਨਸਟੀਟਿਊਸ਼ਨ ਜਿਹੜਾ 18 ਸਾਲ ਦੇ ਹਰ ਮੁੰਡੇ ਕੁੜੀ ਨੂੰ ਲਿਬਰਟੀ ਦਿੰਦਾ ਹੈ ਜੀਵਨ ਸਾਥੀ ਚੁਣਨ ਦੀ, ਇੱਥੇ ਇਸ ਕਿਸਮ ਦੇ ਵਿਆਹ ਵਾਲੇ 10 ਸਾਲ ਕੈਦ ਦੇ ਵਿੱਚ ਐਂਡ ਹੋਣਗੇ, ਔਰ ਈਵਨ ਜਿਹੜੇ ਵਿਆਹ ਪੜ੍ਹਾਉਣਗੇ ਉਹਨਾਂ ਲਈ ਵੀ 5 ਸਾਲ ਦੀ ਕੈਦ ਦਾ ਪ੍ਰੋਵੀਜ਼ਨ ਹੈ। ਔਰ ਯੂਪੀ ਤੋਂ ਬਾਅਦ ਦੂਸਰੀ ਸਟੇਟ MP मध्य प्रदेश, जिथे शिवराज सिंह चौहान बीजेपी की गवर्नमेंट है, MP प्रपोजेस 10 ईयर जेल टर्म फॉर इंटरफेथ मैरिजेस। और उन्होंने कहा कि वही 10 साल जो यूपी वाले ने ऑर्डीनेंस कढ़िया है, इन्होंने भी उसे की कॉपी करते हैं। ये कहा कि भी ये बहुत वड्डे पैमाने के उत्ते जड़ियां ने कन्वर्शनस हो रही हैं। हालांकि मैं इस डिटेल च नहीं जाना चाहता, पर ये कोई शक नहीं है कि मुरली मनोहर जोशी होए, LK अडवाणी होए और इन्हां दे वड्डे वड्डे लीडर जिहड़े ने, किसी दी धी ने विआह कीता है मुसलमान नाल, किसी दी भतीजी ने कीता है, किसी दे दूजे ने, और उदों इन्हां नूं ये लव जिहाद याद नहीं आया कि भी ये कोई लव जिहाद है। और इसे तरह दोनों पासे ही है। असीं इत्थे अमरीका दूसरे भी देखते हैं कि भाई ये जदों बच्चे बच्चियां कई बार अपनी मर्जी ते आंदे ने, वो अपनी मर्जी नाल करदे ने। पर ये जिहड़ा मोहन भागवत ने कहा सी भी 2020 तक असीं सब नूं हिंदू बना देना, उन्होंने बनाने की काम भी जारी रखा होया, ते जिहड़े ऑलरेडी एग्जिस्ट करते हैं उन्हों का जीना भी हराम किया होया। हुण तां यही है कि पार्लीमेंट चों जदों मर्जी जिहड़ा वो एक लॉ बनवा लैण मनु समृति लागू करन दा कि भाई ये पासे और कास्ट सिस्टम वाला जिहड़ा हिंदू धर्म है वो असीं लागू कर रहे हैं। और मैं कनक्लूजन दे विच जिवें असीं भगत कबीर जी दे जिहड़ी है बाणी दे उत्ते विचार करदे हैं, अज भी असीं 3 श्लोक उन्हां दे विचार लई चुने ने 98, 99, 100। और पहला श्लोक है, कबीर अवरै को उपदेशते मुख में पर है रेत, रास बिरानी राखते खाया घर का खेत। हुण ये उन्हां लोकां लई है, साडे वर्गे लोक जिहड़े अपने आप नूं प्रचारक समझदे ने, दूसरिਆਂ ਨੂੰ ਲੈਕਚਰ ਕਰਦੇ ਨੇ,
ਪਰ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਰੂਹਾਨੀਅਤ ਨਹੀਂ ਹੈ, ਰੱਬ ਦੀ ਯਾਦ ਨਹੀਂ ਹੈ। ਔਰ ਇਹ ਹੈ ਕਬੀਰ ਅਵਰੈ ਕੋ ਉਪਦੇਸ਼ ਤੇ, ਕਿ ਦੂਸਰਿਆਂ ਨੂੰ ਉਪਦੇਸ਼ ਕਰਦੇ ਨੇ। ਔਰ ਇਸ ਨੂੰ ਤਾਂ ਰਾਦਰ ਗੁਰੂ ਸਾਹਿਬ ਨੇ ਇਸ ਦੇ ਉੱਤੇ ਬੜੀ ਸਖਤ ਜਿਹੜੀ ਹੈ ਉਹ ਡਿਕਰੀ ਦਿੱਤੀ ਹੋਈ ਹੈ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੇ, ਜਿਸ ਕੇ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ। ਕਿ ਜਿਹਦੇ ਅੰਦਰ ਰੱਬ ਵਸਦਾ ਹੈ ਉਹਦੇ ਮੂੰਹੋਂ ਨਿਕਲਿਆ ਕੋਈ ਵੀ ਲਫ਼ਜ਼ ਦੂਸਰਿਆਂ ਦੀ ਤਕਦੀਰ ਬਦਲ ਸਕਦਾ ਹੈ। ਉਹਨਾਂ ਦੀ ਸਿੱਖਿਆ ਦੇ ਉੱਤੇ ਅਮਲ ਕਰਕੇ ਦੂਸਰਿਆਂ ਨੂੰ ਰੱਬ ਦੇ ਨੇੜੇ ਉਹ ਹੋ ਸਕਦੇ ਨੇ। ਪਰ ਜਿਹੜੇ ਦੂਸਰਿਆਂ ਨੂੰ ਉਪਦੇਸ਼ ਕਰਦੇ ਨੇ ਤੇ ਆਪ ਫਸੇ ਹੋਏ ਨੇ ਜੰਜਾਲ 'ਚ, ਉਹਨਾਂ ਦਾ ਕੋਈ ਪਾਰ ਉਤਾਰਾ ਨਹੀਂ ਹੋਣਾ। ਔਰ ਇਹੀ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਦੇ ਮੂੰਹ ਰੇਤ ਵਾਂਗ ਖੁਸ਼ਕ ਨੇ, ਮਤਲਬ ਇਹ ਹੈ ਕਿ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਵੀ ਇੱਕ ਰਸ ਹੁੰਦਾ ਹੈ, ਉਹਨਾਂ ਦੇ ਚਿਹਰੇ ਤੇ ਇੱਕ ਨੂਰ ਹੁੰਦਾ ਹੈ, ਉਹਨਾਂ ਦੇ ਬੋਲਾਂ ਦੇ ਵਿੱਚ ਇੱਕ ਮਿਠਾਸ ਹੁੰਦੀ ਹੈ, ਉਹਨਾਂ ਦੇ ਦੀਦਾਰ ਦੇ ਵਿੱਚ ਇੱਕ ਸਕੂਨ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਰੇਤ ਵਾਂਗ ਉਹਨਾਂ ਦੇ ਮੂੰਹ ਸੁੱਕੇ ਨੇ ਔਰ ਦੂਸਰਿਆਂ ਨੂੰ ਉਪਦੇਸ਼ ਕਰਦੇ ਨੇ, ਔਰ ਇਹ ਆਪਣਾ ਹੀ ਵਕਤ ਜ਼ਾਇਆ ਕਰ ਰਹੇ ਨੇ, ਘਰ ਕਾ ਖਾਇਆ ਖੇਤ, ਆਪਣੀ ਤਬਾਹੀ ਕਰ ਰਹੇ ਨੇ, ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ, ਦੂਸਰਿਆਂ ਦਾ ਤਾਂ ਉਹਨਾਂ ਨੇ ਕੀ ਸੁਧਾਰਨਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਤਬਦੀਲੀ ਹੋਏਗੀ ਜ਼ਿੰਦਗੀ 'ਚ। ਕਬੀਰ ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਹੁਣ ਜੌਂ ਦੀ ਭੂਸੀ, ਜੌਂ ਦਾ ਛਿੱਲੜ, ਹੁਣ ਉਸ ਜ਼ਮਾਨੇ 'ਚ ਵੀ ਜਿਹੜੇ ਚੰਗੇ ਲੋਕ ਨੇ ਕਣਕ, ਫਿਰ ਬਾਜਰਾ, ਮਕਈ, ਤੁਸੀਂ ਗਿਣਦੇ ਜਾਓ ਤੇ ਜੌਂ ਤੱਕ ਪਹੁੰਚਦੇ ਆ। ਉਹ ਤਾਂ ਗਰੀਬਾਂ ਦਾ ਖਾਣਾ ਜਾਂ ਕੋਧਰਾ ਸੀ ਉਸ ਜ਼ਮਾਨੇ 'ਚ। ਤੇ ਜੌਂ ਵੀ ਪੂਰਾ ਨਾ ਮਿਲਣਾ, ਉਹਦਾ ਸਿਰਫ ਛਿੱਲੜ ਖਾਣ ਨੂੰ ਮਿਲੇ, ਇਹ ਗਰੀਬੀ ਦੀ ਆਦਤ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦੀ ਕਮਾਈ, ਹੱਕ ਹਲਾਲ ਦੀ ਕਮਾਈ ਔਰ ਭਲੇ ਲੋਕਾਂ ਦੀ ਸੰਗਤ। ਕਬੀਰ ਸਾਧੂ ਕੀ ਸੰਗਤ ਰਹੋ, ਜੌ ਕੀ ਭੂਸੀ ਖਾਓ। ਭਾਵੇਂ ਮੇਰੀ ਹਾਲਤ ਇਹ ਹੋਏ ਕਿ ਹੱਕ ਹਲਾਲ ਦੀ ਕਮਾਈ ਰਾਹੀਂ ਮੈਂ ਸਿਰਫ ਜੌਂ ਦਾ ਛਿੱਲੜ ਹੀ ਅਫੋਰਡ ਕਰ ਸਕਾਂ ਖਾਣਾ, ਪਰ ਉਹ ਮੈਨੂੰ ਬਹੁਤ ਪਿਆਰਾ ਲੱਗੇਗਾ। ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਸਾਕਤ ਹੁੰਦੇ ਨੇ ਰੱਬ ਤੋਂ ਟੁੱਟੇ ਹੋਏ, ਪਰ ਕਿਸੇ ਵੀ ਹਾਲਤ 'ਚ ਮੈਂ ਰੱਬ ਤੋਂ ਟੁੱਟਿਆਂ ਦੀ ਸੰਗਤ 'ਚ ਨਹੀਂ ਜਾਵਾਂਗਾ। ਉਹਨਾਂ ਦੇ ਦਿੱਤੇ ਆਰ ਦੇ ਉੱਤੇ ਡਿਪੈਂਡ ਨਹੀਂ ਕਰਾਂਗਾ, ਆਪਣੇ ਹੱਕ ਹਲਾਲ ਦੀ ਕਮਾਈ ਔਰ ਭਲੇ ਲੋਕਾਂ ਦੀ ਸੰਗਤ 'ਚ ਰਹਿੰਦੇ ਆ। ਜੌ ਕੀ ਭੂਸੀ ਖਾਓ, ਜੌਂ ਦਾ ਛਿੱਲੜ ਖਾ ਕੇ ਮੈਂ ਗੁਜ਼ਾਰਾ ਕਰ ਲਾਂਗਾ। ਔਰ ਅਖੀਰਲਾ ਸ਼ਲੋਕ ਹੈ ਜਿਹੜਾ 100 ਨੰਬਰ ਹੈ, ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ, ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਕਿ ਚੰਗੇ ਲੋਕਾਂ ਦੀ ਸੰਗਤ ਵਿੱਚ, ਰੱਬ ਦੇ ਪਿਆਰਿਆਂ ਦੀ ਕੰਪਨੀ ਦੇ ਵਿੱਚ ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ। ਕਿ ਜਿਉਂ-ਜਿਉਂ ਦਿਨ ਬੀਤਦੇ ਨੇ ਤੁਸੀਂ ਉਸ ਸੰਗਤ ਨੂੰ ਕਰਦੇ ਹੋ, ਹੇਤ ਹੁੰਦਾ ਹੈ ਪਿਆਰ। ਤੁਹਾਡੇ ਅੰਦਰ ਰੱਬ ਦਾ ਪਿਆਰ ਹੋਰ ਪ੍ਰਚੰਡ ਹੋ ਕੇ ਜਾਗਦਾ ਹੈ ਜਿਹੜੇ ਭਲੇ ਲੋਕਾਂ ਦੀ ਸੰਗਤ ਦੇ ਵਿੱਚ। ਔਰ ਦੂਸਰੇ ਪਾਸੇ ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਕਿ ਸਾਕਤ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹ ਕਾਲੀ ਕੰਬਲੀ ਵਾਂਗ ਨੇ, ਕਿ ਕਾਲੀ ਕੰਬਲੀ ਨੂੰ ਤੁਸੀਂ ਜਿੰਨੀ ਵਾਰੀ ਮਰਜ਼ੀ ਧੋਵੋ ਉਹਨੇ ਚਿੱਟੇ ਨਹੀਂ ਹੋਣਾ, ਉਹਨੇ ਕਾਲੇ ਹੀ ਰਹਿਣਾ। ਸੋ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹਨਾਂ ਦੀ ਸੰਗਤ 'ਚ ਰਹਿਣਾ ਤੇ ਕਾਲਿਆਂ ਦੇ ਸੰਗ ਰਹਿਣਾ, ਔਗਣਾ 'ਚ ਲਿਬੜ ਜਾਣਾ। ਪਰ ਇਧਰ ਜਿਹੜਾ ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ। ਪਹਿਲਾਂ ਕਿਹਾ ਕਿ ਭਾਈ ਭਲੇ ਲੋਕਾਂ ਦੀ ਸੰਗਤ, ਭਾਵੇਂ ਜਿਹੜਾ ਜੋ ਵੀ ਮਿਲਦਾ, ਜਿਸ ਨੂੰ ਬਾਬਾ ਫਰੀਦ ਨੇ ਫਰਮਾਇਆ ਸੀ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਵੇ ਜੀਓ। ਕਿ ਭਾਈ ਇਹ ਬਗਾਨੀ ਦੇਖ ਕੇ ਕਿ ਭਾਈ ਉਹਦਾ ਰਿਜ਼ਕੇ ਹਲਾਲ ਨਹੀਂ ਹੈ, ਪਰ ਉਹ ਬੜਾ ਮਾਲ ਪੂੜੇ ਖਾਂਦਾ ਹੈ, ਆਪਣੇ ਆਪ ਨੂੰ ਡੁਲਾਓ ਨਾ। ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ। ਤੁਹਾਡੇ ਅੰਦਰ ਰੱਬ ਦਾ ਪਿਆਰ ਜਾਗਦਾ ਹੈ। ਔਰ ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਜਿਹੜੀ ਮਾੜੇ ਦੀ ਸੰਗਤ ਦੇ ਵਿੱਚ ਰਹਿਣਾ ਉਹ ਉਸ ਕਾਲੀ ਕੰਬਲੀ ਵਾਂਗ ਹੈ, ਜਿੰਨਾ ਮਰਜ਼ੀ ਜਿਹਨੂੰ ਧੋ ਲਓ ਉਹ ਸਫੇਦ ਨਹੀਂ ਹੁੰਦੀ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ। ਔਰ ਅਸੀਂ ਕੱਲ ਥੈਂਕਸਗਿਵਿੰਗ ਹੈ, ਅਸੀਂ ਸਭ ਨੂੰ ਹੈਪੀ ਥੈਂਕਸਗਿਵਿੰਗ ਡੇ ਕਹਾਂਗੇ। ਚੱਠਾ ਸਾਹਿਬ ਕਹਿੰਦੇ ਸੀ ਜੀ ਸ਼ੁਕਰੀਆ ਦਿਵਸ। ਹਾਂ ਮੈਂ ਕਹਿੰਦੀ ਹਾਂ ਥੈਂਕ ਯੂ ਟੂ ਗੋਡ, ਗੋਡ ਆਲਮਾਈਟੀ। ਹਾਲਾਂ ਇੱਥੋਂ ਵਾਲੇ ਨੇ ਤਾਂ ਇਹਦਾ ਕੁਝ ਹੋਰ ਹੀ ਬਣਾ ਦਿੱਤਾ ਹੈ, ਪਰ
ਅਸੀਂ ਕੱਲ ਦਾ ਕਿਉਂਕਿ ਅਸੀਂ ਚਾਹੁੰਦੇ ਵੀ ਹੁੰਦੇ ਹਾਂ ਕਿ ਸਾਡੇ ਸਟਾਫ ਲਈ ਵੀ ਟੀਵੀ 84 ਦੀ ਟੀਮ ਨੂੰ ਵੀ ਜਿਹੜਾ ਘੱਟੋ ਘੱਟ ਕੁਛ ਤਾਂ ਰਾਹਤ ਮਿਲਣੀ ਚਾਹੀਦੀ ਹੈ। ਸੋ ਅਸੀਂ ਹਾਲਾਂਕਿ ਪੰਜਾਬ 'ਚ ਕਿਸਾਨਾਂ ਨਾਲ ਸੰਬੰਧਿਤ ਜੋ ਚੱਲ ਰਿਹਾ ਸ਼ੰਭੂ ਤੇ ਔਰ ਓਵਰਆਲ ਉਹਨੂੰ ਲੈ ਕੇ ਅਸੀਂ ਚਿੰਤਤ ਵੀ ਹਾਂ ਬਿਲਕੁਲ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਲੇਟੈਸਟ ਹੋਏ ਤਾਂ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਬਿਲਕੁਲ ਅਦਰਵਾਈਜ਼ ਕੱਲ ਅਸੀਂ ਵੀ ਰੱਬ ਦੇ ਸ਼ੁਕਰੀਆ ਦੇ ਵਿੱਚ ਹੀ ਵਕਤ ਗੁਜ਼ਾਰਨਾ ਚਾਹਾਂਗੇ ਤੇ ਫਿਰ ਤੁਹਾਡੇ ਪਰਸੋਂ ਦੀਦਾਰ ਕਰਾਂਗੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆਪਣੀ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਰਸ ਨਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।